Good morning friends, welcome you all in today's classes. So ਅੱਜ ਦਾ ਸਾਡਾ ਜਿਹੜਾ ਟੌਪਿਕ ਹੈ ਉਹ ਹੈ ਜੀ ਕੰਜੰਕਸ਼ਨ। ਅੱਜ ਅਸੀਂ ਕੰਜੰਕਸ਼ਨ ਦੇ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਕਿ ਕੰਜੰਕਸ਼ਨ ਹੁੰਦਾ ਕੀ ਹੈ ਔਰ ਇਸ ਦੀਆਂ ਕਿੰਨੀਆਂ ਟਾਈਪਸ ਨੇ ਐਂਡ ਇੰਗਲਿਸ਼ ਲੈਂਗੁਏਜ ਦੇ ਵਿੱਚ ਕੰਜੰਕਸ਼ਨ ਕਿੱਥੇ ਕਿੱਥੇ ਯੂਜ਼ ਹੁੰਦਾ ਹੈ। ਚਲੋ ਜੀ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕੰਜੰਕਸ਼ਨ ਦੀ। ਕੰਜੰਕਸ਼ਨ ਉਹ ਵਰਡਸ ਹੁੰਦੇ ਨੇ ਜਿਹੜੇ ਕਿ ਦੋ ਵਰਡਸ ਨੂੰ ਔਰ ਦੋ ਸੈਂਟੈਂਸਸ ਨੂੰ ਆਪਸ ਦੇ ਵਿੱਚ ਕਨੈਕਟ ਕਰਦੇ ਨੇ। ਜਿਵੇਂ ਲਿਖਿਆ ਆ ਕੰਜੰਕਸ਼ਨ ਇਜ਼ ਅ ਵਰਡ ਦੈਟ ਜੁਆਇਨਸ words or sentences together, ਜਿਹੜੇ ਕੀ ਹੈ ਸ਼ਬਦਾਂ ਨੂੰ ਅਤੇ ਵਾਕਾਂ ਨੂੰ ਕੀ ਹੈ ਆਪਸ ਦੇ ਵਿੱਚ ਜੋੜਦੇ ਨੇ। ਠੀਕ ਹੈ ਜੀ। ਜਿਵੇਂ ਅਸੀਂ ਪੰਜਾਬੀ ਵਿੱਚ ਗੱਲ ਕਰਦੇ ਹਾਂ ਯੋਜਕ ਦੀ, ਯੋਜਕ ਭਾਵ ਕਿ ਉਹ ਸ਼ਬਦ ਜਿਹੜੇ ਕੀ ਹੈ ਦੋ ਸ਼ਬਦਾਂ ਨੂੰ ਜਾਂ ਦੋ ਵਾਕਾਂ ਨੂੰ ਆਪਸ ਦੇ ਵਿੱਚ ਜੋੜਦੇ ਨੇ। ਉਸੇ ਹੀ ਤਰ੍ਹਾਂ ਇੰਗਲਿਸ਼ ਦੇ ਵਿੱਚ ਅਸੀਂ ਕੰਜੰਕਸ਼ਨ ਨੂੰ ਦੋ ਸ਼ਬਦਾਂ ਅਤੇ ਦੋ ਵਾਕਾਂ ਨੂੰ ਜੋੜਨ ਦੇ ਵਾਸਤੇ ਵਰਤੋਂ ਕਰਦੇ ਹਾਂ। ਹਾਂਜੀ, ਇਸ ਦੀਆਂ ਕਿੰਨੀਆਂ ਟਾਈਪਸ ਨੇ? ਇਸ ਦੀਆਂ ਤਿੰਨ ਟਾਈਪਸ ਹੁੰਦੀਆਂ ਨੇ। ਅਸੀਂ ਗੱਲ ਕਰਦੇ ਹਾਂ ਟਾਈਪਸ ਦੀ। ਟਾਈਪਸ ਆਫ ਕੰਜੰਕਸ਼ਨ। ਸਾਡਾ ਜਿਹੜਾ ਫਰਸਟ ਟਾਈਪ ਹੈ ਉਹ ਹੈਗਾ ਜੀ ਕੋਆਰਡੀਨੇਟਿੰਗ। दूसरा है सबऑर्डिनेटिंग, तीजा है कोरिलेटिंग। ठीक है, चलो पहला असी गल क्लीयर करते हैं कि किस तरह जिहड़े कंजंक्शन है शब्दां नूं ते वाकां नूं आपस दे विच जोड़दे ने। जिवें साडे कोल एक सेंटेंस है, राम एंड श्याम are good friends। राम ਅਤੇ श्याम की ने दोनों अच्छे दोस्त हैं। हुण राम एंड श्याम नूं एंड ने आपस दे विच जोड़िया है। ठीक है, एंड ने राम ਅਤੇ श्याम नूं कनैक्ट किया है कि राम ਅਤੇ श्याम दोनों अच्छे दोस्त हैं। तो साडा एंड की है, एंड जिहड़ा हैगा है कंजंक्शन है, मतलब कि ਜਿਹੜਾ ਸ਼ਬਦ ਦੋ ਸ਼ਬਦਾਂ ਨੂੰ ਜਾਂ ਦੋ ਵਾਕਾਂ ਨੂੰ ਆਪਸ ਦੇ ਵਿੱਚ ਜੋੜਦਾ ਹੈ। ਠੀਕ ਹੈ, ਇਸੇ ਹੀ ਤਰ੍ਹਾਂ ਕੋਆਰਡੀਨੇਟਿੰਗ ਕੰਜੰਕਸ਼ਨ, सबऑर्डिनेटिंग, कोरिलेटिव ਸਾਡੇ ਕੋਲ ਤਿੰਨ ਟਾਈਪਸ ਹੈ। ਇਹਨਾਂ ਦੇ ਵਿੱਚ ਅਸੀਂ ਗੱਲ ਕਰਾਂਗੇ ਕੋਆਰਡੀਨੇਟਿੰਗ ਦੇ ਅੰਦਰ ਸਾਡੇ ਕੰਜੰਕਸ਼ਨ ਆਉਂਦੇ ਨੇ for and, nor, but, or, yet and so। ठीक है जी, for and, nor, but, or, yet and so ਇਹ ਸਾਡੇ ਕੋਆਰਡੀਨੇਟਿੰਗ ਕੰਜੰਕਸ਼ਨ ਨੇ। ਅੱਜ ਅਸੀਂ ਗੱਲ ਕਰਾਂਗੇ ਕੋਆਰਡੀਨੇਟਿੰਗ ਕੰਜੰਕਸ਼ਨ ਦੇ ਬਾਰੇ ਕਿ ਕਿੱਥੇ ਆ ਜਿਹੜੇ ਸ਼ਬਦ ਨੇ ਯੂਜ਼ ਕੀਤੇ ਜਾਂਦੇ ਆ। ਠੀਕ ਹੈ ਜੀ, ਚਲੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਅਸੀਂ for ਦੀ, ਜਿਹੜਾ ਕਿ ਸਾਡਾ ਕੋਆਰਡੀਨੇਟਿੰਗ ਕੰਜੰਕਸ਼ਨ ਹੈ। for ਹਮੇਸ਼ਾ ਹੀ ਰੀਜ਼ਨ ਔਰ ਪਰਪਸ ਦੱਸਣ ਦੇ ਵਾਸਤੇ ਯੂਜ਼ ਕੀਤਾ ਜਾਂਦਾ ਹੈ। ਜਦੋਂ ਅਸੀਂ ਰੀਜ਼ਨ ਦੀ ਜਾਂ ਪਰਪਸ ਦੀ ਗੱਲ ਕਰਦੇ ਹਾਂ ਉਦੋਂ ਅਸੀਂ ਵਾਕਾਂ ਦੇ ਵਿੱਚ for ਦੀ ਵਰਤੋਂ ਕਰਦੇ ਹਾਂ, for ਯੂਜ਼ ਕਰਦੇ ਹਾਂ। ਫੋਰ ਐਗਜ਼ਾਮਪਲ, he thought he can get the job। for getting job, he should work hard। ठीक है, he thought he can get the job, उसनू लगता है कि वो जॉब प्राप्त कर सकता है। for getting job, he should work hard, जॉब प्राप्त करने वास्ते उसनू सख्त मेहनत करनी पवेगी। ठीक है, ਇਹਦੇ ਵਿੱਚ ਕੀ ਹੈ ਪਰਪਸ ਦੱਸਿਆ ਗਿਆ। ਪਰਪਸ ਕੀ ਹੈ ਕਿ ਉਸਨੇ ਜॉब ਪ੍ਰਾਪਤ ਕਰਨੀ ਹੈ। ਠੀਕ ਹੈ, ਹੁਣ ਅਸੀਂ ਦੂਸਰੇ ਸੈਂਟੈਂਸ ਦੇ ਵਿੱਚ ਦੇਖਦੇ ਹਾਂ। I go to the library for I love to read। मैं लाइब्रेरी जाता हाँ क्योंकि मैनू की है पढ़न दे नाल प्यार है। ठीक है, इत्थे रीजन दस्सिया गया है। रीजन की है कि उसनू किताबां पढ़नियां अच्छियां लगदियां ने। ठीक है, लाइब्रेरी जाता है क्योंकि मैनू पढ़न दे नाल की है प्यार है, मैनू पढ़ना वधिया लगता है। ठीक है, इसे ही तरह जो for है वो रीजन अते परपस नू डिनोट करता है। राइट, हाँ जी, हुण असीं गल करते हैं नैक्सट कंजंक्शन की, जिहड़ा कि सब तो ज़्यादा यूज हुंदा है
ਜਿਸ ਦਾ ਮਤਲਬ ਹੈ ਅਤੇ। ਹੁਣ ਅਸੀਂ ਗੱਲ ਕਰਦੇ ਹਾਂ ਐਂਡ ਦੀ। ਐਂਡ ਜਿਹੜਾ ਹੈਗਾ ਹੈ ਮੋਸਟਲੀ ਯੂਜ਼ ਕੀਤਾ ਜਾਂਦਾ ਹੈ ਜਦੋਂ ਅਸੀਂ ਡਿਫਰੈਂਸ਼ੀਏਟ ਕਰਨਾ ਹੋਵੇ ਜਾਂ ਜ਼ਿਆਦਾ ਚੀਜ਼ਾਂ ਦੀ ਗੱਲ ਕਰਦੇ ਹਾਂ, ਉਦੋਂ ਅਸੀਂ ਐਂਡ ਦੀ ਵਰਤੋਂ ਕਰਦੇ ਹਾਂ, ਜਿਸ ਦਾ ਮਤਲਬ ਹੁੰਦਾ ਅਤੇ। ਜਿਵੇਂ ਰਾਮ ਐਂਡ ਸ਼ਾਮ, ਠੀਕ ਹੈ। ਸਟੂਡੈਂਟਸ ਵਰ ਪਲੇਇੰਗ ਐਂਡ ਡੈਂਸਿੰਗ। ਸਟੂਡੈਂਟਸ ਜਿਹੜੇ ਖੇਡ ਰਹੇ ਸਨ ਅਤੇ ਡਾਂਸ ਵੀ ਕਰ ਰਹੇ ਸਨ, ਠੀਕ ਹੈ। ਸਟੂਡੈਂਟਸ ਵਰ ਪਲੇਇੰਗ, ਸਟੂਡੈਂਟਸ ਖੇਡ ਰਹੇ ਸਨ ਅਤੇ ਨਾਲ ਹੋਰ ਵੀ ਕੀ ਕਰ ਰਹੇ ਸਨ, ਡਾਂਸ ਕਰ ਰਹੇ ਸਨ, ਠੀਕ ਹੈ। ਐਂਡ ਨੇ ਦੋਨਾਂ ਨੂੰ ਪਲੇਇੰਗ ਐਂਡ ਡੈਂਸਿੰਗ ਨੂੰ ਆਪਸ ਦੇ ਵਿੱਚ ਕਨੈਕਟ ਕੀਤਾ ਹੈ। ਇਹ ਆਪਣੇ ਆਪ 'ਚ ਇੱਕ ਇੰਡੀਪੈਂਡੈਂਟ ਵਾਕ ਜਿਹੜਾ ਸੈਂਟੈਂਸ ਹੈ, ਇੰਡੀਪੈਂਡੈਂਟ ਵਾਕ ਹੈ ਅਤੇ ਇਸ ਵਾਕ ਨੂੰ ਐਂਡ ਨੇ ਡਾਂਸ ਦੇ ਨਾਲ, ਡੈਂਸਿੰਗ ਦੇ ਨਾਲ ਜੋੜਿਆ ਹੈ, ਰਾਈਟ। ਦੂਸਰਾ ਜਿਹੜਾ ਸਾਡਾ ਸੈਂਟੈਂਸ ਉਹ ਅਸੀਂ ਦੇਖਦੇ ਹਾਂ। He switched off the light and went to the bed. उसने लाइट्स ਨੂੰ ऑफ ਕੀਤਾ ਅਤੇ ਬੈੱਡ ਤੇ ਚਲਾ ਗਿਆ, ਠੀਕ ਹੈ। He switched off the light ਆਪਣੇ ਆਪ 'ਚ ਪੂਰਨ ਵਾਕ ਹੈ, ਆਪਣੇ ਆਪ 'ਚ ਕੀ ਹੈਗਾ, ਇੰਡੀਪੈਂਡੈਂਟ ਵਾਕ ਹੈ। and went to the bed ਅਤੇ ਕੀ ਹੈ, ਬੈੱਡ ਤੇ ਚਲਾ ਗਿਆ। and ਨੇ ਕੀ ਹੈ, ਇੰਡੀਪੈਂਡੈਂਟ ਸੈਂਟੈਂਸ ਨੂੰ ਡਿਪੈਂਡੈਂਟ ਸੈਂਟੈਂਸ ਦੇ ਨਾਲ ਜੋੜਿਆ, ਠੀਕ ਹੈ। ਇਸੇ ਹੀ ਤਰ੍ਹਾਂ ਜਿਹੜਾ ਐਂਡ ਹੈ ਉਹ ਕੀ ਹੈ, ਦੋ ਸ਼ਬਦਾਂ ਜਾਂ ਦੋ ਵਾਕਾਂ ਨੂੰ ਆਪਸ ਦੇ ਵਿੱਚ ਜੋੜਦਾ ਹੈ, ਰਾਈਟ। ਜਿਵੇਂ ਅਸੀਂ ਅੱਗੇ ਲਿਖਿਆ ਸੀ ਰਾਮ ਐਂਡ ਸ਼ਾਮ ਆਰ ਗੁੱਡ ਫਰੈਂਡਸ, ਠੀਕ ਹੈ। ਮਤਲਬ ਕਿ ਦੋ ਸ਼ਬਦਾਂ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਨ ਵਾਲਾ ਵਰਡ। ਹਾਂਜੀ, ਨੈਕਸਟ ਜਿਹੜਾ ਹੈਗਾ ਹੈ ਉਹ ਹੈ ਨੌਰ। ਨੌਰ ਹਮੇਸ਼ਾ ਹੀ ਦੋ ਨੈਗੇਟਿਵ ਸੈਂਟੈਂਸ ਨੂੰ ਆਪਸ ਦੇ ਵਿੱਚ ਕਨੈਕਟ ਕਰਦਾ ਹੈ। ਨੌਰ ਉੱਥੇ ਹੀ ਵਰਤਿਆ ਜਾਂਦਾ ਹੈ ਜਦੋਂ ਅਸੀਂ ਦੋ ਨੈਗੇਟਿਵ ਸੈਂਟੈਂਸ ਦੀ ਗੱਲ ਕਰਨੀ ਹੋਵੇ, ਠੀਕ ਹੈ। ठीक है, दो नैगेटिव सेंटेंस ਨੂੰ ਕੀ ਹੈ ਆਪਸ ਦੇ ਵਿੱਚ ਕੀ ਹੈ, ਕਨੈਕਟ ਕਰਦਾ ਹੈ। ਜਿਵੇਂ ਕਿ ਸਾਡੇ ਕੋਲ ਦੋ ਸੈਂਟੈਂਸ ਹੈ, ਮੈਂ ਤੁਹਾਨੂੰ ਦੋ ਸੈਂਟੈਂਸ ਲਿਖ ਕੇ ਦਿਖਾਉਂਦੀ ਹਾਂ, ਫਿਰ ਆਪਾਂ ਉਹਨੂੰ ਕਨੈਕਟ ਕਰਦੇ ਹਾਂ। He is not smart, he is not good। देखो दो अलग अलग सेंटेंस ने है, दोनों ਦੇ ਵਿੱਚ एक ਕਿਸੇ ਦੀ ਨੈਗੇਟਿਵਿਟੀ ਦੀ ਗੱਲ ਕੀਤੀ ਗਈ ਹੈ। he is not smart ਕਿ ਉਹ ਕੀ ਹੈ, ਸਮਾਰਟ ਨਹੀਂ ਹੈ, ਮਤਲਬ ਕਿ ਭਾਗੀ ਚਿਹਰੇ ਤੋਂ ਖੂਬਸੂਰਤ ਨਹੀਂ ਹੈ। he is not good ਅਤੇ ਉਹ ਕੀ ਹੈ, ਚੰਗਾ ਵੀ ਨਹੀਂ ਹੈ, ਠੀਕ ਹੈ। ਹੁਣ ਅਸੀਂ ਇਹਨੂੰ ਨੌਰ ਦੇ ਨਾਲ ਕਿੱਦਾਂ ਕਨੈਕਟ ਕਰਨਾ ਹੈ। he is neither smart ਉਹ ਕੀ ਹੈ, ਸਮਾਰਟ ਵੀ ਨਹੀਂ ਹੈ ਅਤੇ ਅੱਛਾ ਵੀ ਨਹੀਂ ਹੈ, ਠੀਕ ਹੈ। ਨੌਰ ਨੇ ਕੀ ਹੈ, ਦੋਨਾਂ ਨੂੰ ਸਮਾਰਟ ਨੂੰ ਅਤੇ ਗੁੱਡ ਨੂੰ ਆਪਸ ਦੇ ਵਿੱਚ ਜੋੜਿਆ। ਨੈਕਸਟ ਹੈ that is not what I said nor what I wanted to say। if you see the that is neither what I said nor what I wanted to say। ਇਹ ਉਹ ਨਹੀਂ ਹੈ ਜੋ ਮੈਂ ਕਿਹਾ ਹੈ ਤੇ ਉਹ ਵੀ ਨਹੀਂ ਹੈ ਜੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ। ਮਤਲਬ ਕਿ ਦੋਨਾਂ ਦੇ ਵਿੱਚ ਕੀ ਹੈ, ਉਹਨੇ ਨੈਗੇਟਿਵ ਪੱਖ ਦੀ ਗੱਲ ਕੀਤੀ ਹੈ, ਠੀਕ ਹੈ। ਇਸੇ ਹੀ ਤਰ੍ਹਾਂ ਜਿਹੜਾ ਨੋਟ ਹੈ ਹਮੇਸ਼ਾ ਹੀ ਦੋ ਨੈਗੇਟਿਵ ਸੈਂਟੈਂਸ ਨੂੰ ਆਪਸ ਦੇ ਵਿੱਚ ਜੋੜਦਾ ਹੈ। हाँ जी, नैक्सट जो साडा कंजंक्शन है
वो है बट। अगे असीं गल करते हैं बट की। बट का मतलब होंदा परंतु, ठीक है, पर ये की है कंडीशनल वाकां दे विच यूज किया जाता है, ठीक है। जो असीं की है किसी भी सेंटेंस दे विच कोई कंडीशन दसनी होवे उदों असीं मोस्टली बट का यूज करते हैं। फॉर एग्जांपल he has a car but he cannot drive। ਉਹਦੇ ਕੋਲ ਕੀ ਹੈ, ਇੱਕ ਕਾਰ ਹੈ ਪਰੰਤੂ ਕੀ ਹੈ, ਡਰਾਈਵ ਨਹੀਂ ਕਰ ਸਕਦਾ, ਉਹ ਚਲਾ ਨਹੀਂ ਸਕਦਾ, ਠੀਕ ਹੈ। ਇਹਦੇ ਵਿੱਚ ਇੱਕ ਕੰਡੀਸ਼ਨ ਦਿੱਤੀ ਹੋਈ ਹੈ, ਉਹਦੇ ਕੋਲ ਕਾਰ ਤਾਂ ਹੈ ਪਰੰਤੂ ਉਹ ਕੀ ਹੈ, ਚਲਾ ਨਹੀਂ ਸਕਦਾ, ਰਾਈਟ। I have enough money but I cannot give it to you। मेरे कोल की है काफ़ी पैसे हैं परंतु मैं तुहानू नहीं दे सकता। इत्थे भी की है कंडीशन दसी हुई है, ठीक है। ये सेंटेंस भी अपने आप च की है कंडीशनल है, ठीक है। एक होर असीं वाक देखते हैं, he lost his fortune in stock market but he lives a satisfactory life। उसने की है अपनी किस्मत एक स्टॉक मार्केट दे विच गवा दी है, भाव कि उन्होंने की है मार्केट दे विच मार्केटिंग दे विच लॉस होया है, ठीक है, उहदा नुकसान होया है, परंतु फिर भी की है वो एक सैटिस्फैक्टरी संतोषजनक लाइफ जी रहा है, ठीक है। ਇਹਦੇ ਵਿੱਚ ਇਹਨਾਂ ਤਿੰਨਾਂ ਵਾਕਾਂ ਦੇ ਵਿੱਚ ਕਿਤੇ ਨਾ ਕਿਤੇ ਕੰਡੀਸ਼ਨ ਦੱਸੀ ਹੋਈ ਹੈ, ਠੀਕ ਹੈ। ਜਿਹੜਾ ਬਟ ਹੈ ਉਹ ਦੋ ਵਾਕਾਂ ਨੂੰ ਆਪਸ ਦੇ ਵਿੱਚ ਕਨੈਕਟ ਕਰਨ ਦਾ ਕੰਮ ਕਰਦਾ ਹੈ, ਠੀਕ ਹੈ ਜੀ। ਚਲੋ ਨੈਕਸਟ ਅਸੀਂ ਗੱਲ ਕਰਦੇ ਹਾਂ ਔਰ ਦੀ। ਹਾਂਜੀ ਨੈਕਸਟ ਜਿਹੜਾ ਸਾਡਾ ਕੰਜੰਕਸ਼ਨ ਹੈ ਉਹ ਹੈ ਔਰ। ਤੁਸੀਂ ਕਾਫੀ ਪੜ੍ਹਿਆ ਹੋਣਾ ਔਰ। ਹਾਂਜੀ ਜਦੋਂ एग्जाम होंगे ने उदों ये वर्ड काफ़ी साढ़े अगे आता है, दो क्वेश्चनस होंगे वो और लिखा होंगे, चॉइस दी होंगी है ना। और हमेशा ही की होंगे चॉइस दे विच वरत्या जाता है जदों की होंगे साढ़े कोल एक एलीमेंट नूं आपां चूज करते हैं, जदों की है किसी एक एलीमेंट नूं ज़्यादा प्रैफर दी जाती है उदों और दी वरतों की जाती है, राइट। जिवें इसका मतलब होंगे जां पंजाबी में आपां गल करते हैं ना। एक बड़ी फेमस सेइंग है, सब ने आपां ने सुनी हुई है, डू और डाई, करो या मरो, ठीक है। दो शब्द ने, एक नूं ज़्यादा प्रैफरेंस इन्होंने दी है, डू और डाई, करो या मरो, मतलब कि एक शब्द के वाल ज़्यादा प्रभाव है। हाँ जी नैक्सट जिवें असीं साडे घर कोई आउंदा है, असीं मोस्टली पुछदे हैं कि तुसीं चाह लओगे या कॉफ़ी लओगे, है ना, उदों भी चॉइस की गल की जाती है। Do you want to tea? Do you want to take tea or coffee? तुसी की है चाह लेना पसंद करोगे या कॉफी लेनी पसंद करोगे। ਇਹਦੇ ਵਿੱਚ ਵੀ ਸਾਨੂੰ ਚॉइस ਪੁੱਛੀ ਹੋਈ ਹੈ और ਵਿੱਚ ਕੀ यूज ਕੀਤਾ ਹੋਇਆ शब्द और, मतलब कि चॉइस ਦੀ ਗੱਲ ਕੀਤੀ ਗਈ ਹੈ, ठीक है। एक ਹੋਰ ਅਸੀਂ सेंटेंस देख लेते हैं। Sit quietly और leave the room, चुप करके बैठ जाओ या की है रूम नू छड्ड दो, ठीक है। ਇਹਦੇ ਵਿੱਚ ਵੀ ਕੀ ਹੈ ਇੱਕ ਜਿਹੜੇ ਆਪਾਂ ਗੱਲ ਕਰ ਸਕਦੇ ਇੱਕ ਸ਼ਬਦ ਨੂੰ ਜ਼ਿਆਦਾ ਇੱਕ ਉਹਦੇ ਵੱਲ ਪ੍ਰਭਾਵ ਦਿੱਤਾ ਹੋਇਆ ਹੈ ਕਿ ਤੁਸੀਂ ਜ਼ਿਆਦਾ ਚੁੱਪ ਕਰਕੇ ਬੈਠ ਜਾਓ ਜਾਂ ਕੀ ਹੈ रूम नू छड्ड दो।
और हमेशा ही चॉइस के वास्ते वरत्या जाता है मोस्टली वाकां दे विच। हाँ जी, अगे असीं गल करते हैं येट की। येट जिहड़ा शब्द है वैसे तो इसनूं असीं गल करते हैं मगर, जिवें असीं हुणे तक की गल करते हैं, परंतु एज अ कंजंक्शन इसकी वरतों परंतु के रूप में की जाती है। ठीक है, जो असीं परंतु की गल करनी होवे उदों की है एज अ कंजंक्शन, उदों असीं येट वरतते हैं। जिवें साडे कोल एक सेंटेंस है, इस कैंडी का जो टेस्ट की है, दिस कैंडी इज स्वीट। ये जी कैंडी है वो की है स्वीट है, परंतु की है इसका जो फ्लेवर है वो की है स्पाइसी है। ठीक है, ये भी असी गल कर सकते हैं कि परंतु की गल की गई है। ठीक है, अगला साडा वर्ड है he can be strict yet he is understanding at the same time। वो की है स्ट्रिक्ट हो सकता है परंतु की है वो अंडरस्टैंडिंग भी है, वो समझदा भी है इस ही टाइम। ठीक है, ये जो येट है वो की है परंतु के रूप दे विच यूज किया गया। ठीक है जी, हुण असीं सो की गल करते हैं, जिहड़ा साडा लास्ट कंजंक्शन है। हाँ जी, हुण असीं गल करते हैं सो, जिसका मतलब होंदा है इसलिए। एज अ कंजंक्शन सो नूं असीं इसलिए दे विच यूज करते हैं। I was not well, so I went to my home। मैं ठीक नहीं सी इसलिए किया मैं अपने घर चला गया। ठीक है, नेक्स्ट है जी he was hungry so he ate all the cake। he was hungry, वो भुखा सी इसलिए he ate all the cake। उसनू भुख लगी सी इसलिए की है उसने सारा केक खा लिया। ठीक है जी, हाँ जी, साडे जिहड़े कोऑर्डिनेटिंग कंजंक्शन है सारे कंप्लीट हो गए ने। इहदी एक छोटी जी ट्रिक है मैं तुहानू दस देना चाहनी हाँ, फॉर एंड नॉर बट और येट एंड सो। इहदी एक छोटी जी ट्रिक है, तुसीं याद रखना। फैन बॉयज, फैन बॉयज तो की है तुहानू ये सारा कोऑर्डिनेटिंग कंजंक्शन है चंगी तरह क्लीयर हो जाऊगा, याद होगा कि किहड़े वर्ड है कोऑर्डिनेटिंग कंजंक्शन के अंदर आउंदे ने। फैन बॉयज तो एफ तो फोर, ए तो एंड, एन तो नॉर, बी तो बट, ओ तो और, वाई तो येट, एस तो सो। ठीक है जी, इनू याद रखना, ये तुहानू ऑटोमैटिकली सारे जिहड़े कंजंक्शन है वो माइंड च आ जाएंगे। हाँ जी, अज असीं कोऑर्डिनेटिंग कंजंक्शन की गल की है। सो नैक्सट वीडियो के असीं सबऑर्डिनेटिंग और कोरिलेटिव कंजंक्शन की गल करांगे। ठीक है जी, जो मिलते हैं असीं नैक्सट वीडियो के। थैंक यू।